ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सतगुਰਾਂ ਦੇ ਹਜ਼ੂਰ ਜੋ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਆਪਣੇ ਜੀਵਨ ਨੂੰ ਸਵਾਰਨ ਦਾ ਨਿਮਾਣਾ ਜਿਹਾ ਯਤਨ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਇਹ ਸਾਡਾ ਮਨ ਗੁਰੂ ਦੇ ਸ਼ਬਦ ਤੋਂ ਬਿਨਾਂ ਠਹਿਰਦਾ ਨਹੀਂ। ਗੁਰੂ ਦਾ ਸ਼ਬਦ ਸਾਡੇ ਮਨ ਨੂੰ ਠਹਿਰਾਓ ਬਖਸ਼ਦਾ ਹੈ। ਅਸੀਂ ਹੋਰ ਸਭ ਕਰਮ ਕਾਂਡ ਕਰਕੇ ਵੇਖ ਲਈਏ, ਇਹ ਮਨ ਰੁਕਦਾ ਨਹੀਂ, ਟਿਕਦਾ ਨਹੀਂ। ਇਸ ਲਈ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਇਸ ਮਨ ਨੂੰ ਟਿਕਾ ਆਉਂਦਾ ਹੈ। ਸਤਿਗੁਰੂ ਕਹਿੰਦੇ ਬੇਸ਼ੱਕ ਸਭ ਕਰਮ ਕਾਂਡ ਕਰਕੇ ਵੇਖ ਲਵੋ, ਸਭ ਜਪ ਤਪ ਕਰਕੇ ਵੇਖ ਲਓ, ਜੋ ਵੀ ਤੁਸੀਂ ਕਰਨਾ ਚਾਹੋ, ਬਿਨਾਂ ਗੁਰੂ ਦੇ ਸ਼ਬਦ ਤੋਂ ਟਿਕਾ ਨਹੀਂ ਆਉਂਦਾ। ਬਿਨ ਗੁਰ ਸ਼ਬਦੈ ਮਨ ਨਹੀਂ ਠੋਰਾ। ਬਿਨਾਂ ਗੁਰੂ ਦੇ ਸ਼ਬਦ ਤੋਂ ਇਹ ਮਨ ਠੌਰ ਮਤਲਬ ਆਸ ਟਿਕਦਾ ਨਹੀਂ, ਠਹਿਰਦਾ ਨਹੀਂ। ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਹੋਰ ਠੌਰ ਹੈ ਕਿੱਥੇ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਿੱਧਾਂ ਨੇ ਇਹ ਸਵਾਲ ਕੀਤਾ ਸੀ ਜਦੋਂ ਗੁਰੂ ਨਾਨਕ ਸਾਹਿਬ ਪਹਾੜਾਂ ਦੇ ਵਿੱਚ, ਪਰਬਤਾਂ ਦੇ ਵਿੱਚ ਜੋਗੀਆਂ ਨੂੰ ਜਾ ਮਿਲੇ ਨਾ, ਬਰਫੀਲੇ ਪਹਾੜਾਂ ਵਿੱਚ, ਤਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਇੱਥੋਂ ਤੱਕ ਪਹੁੰਚਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਤੁਹਾਨੂੰ ਇੱਥੇ ਕਿਹੜੀ ਸ਼ਕਤੀ ਲੈ ਕੇ ਆਈ ਹੈ? ਤੁਹਾਡੇ ਕੋਲ ਕਿਹੜੀ ਸ਼ਕਤੀ ਹੈ, ਕਿਹੜੀ ਤਾਕਤ ਹੈ ਜਿਹੜੀ ਤੁਹਾਨੂੰ ਇੱਥੇ ਲੈ ਆਈ? ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਗੁਰ ਸੰਗਤ ਤੇ ਬਾਣੀ, ਇਹਦੇ ਤੋਂ ਬਿਨਾਂ ਕੋਈ ਹੋਰ ਦੂਸਰੀ ਓਟ ਨਹੀਂ ਹੈ ਮੇਰੀ। ਕਿ ਸ਼ਬਦ ਅਤੇ ਸੰਗਤ, ਇਹੀ ਮੇਰੀ ਓਟ, ਇਹੀ ਮੇਰਾ ਆਸਰਾ, ਇਹੀ ਮੇਰੀ ਸ਼ਕਤੀ ਜੋ ਮੈਨੂੰ ਲਈ ਫਿਰਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਸ਼ਬਦ ਤੋਂ ਬਿਨਾਂ ਕੋਈ ਹੋਰ ਟੇਕ ਨਹੀਂ ਹੈ। ਗੁਰੂ ਤੋਂ ਬਿਨਾਂ ਕੋਈ ਠੌਰ ਨਹੀਂ। ਤੇ ਜਿਹੜੇ ਗੁਰੂ ਦੇ ਸ਼ਬਦ ਤੋਂ ਬਿਨਾਂ ਜੀ ਰਹੇ ਨੇ, ਉਹ ਭਟਕਦੇ ਰਹਿੰਦੇ ਨੇ ਸਾਰੀ ਜ਼ਿੰਦਗੀ। ਉਹ ਇੱਧਰ ਉੱਧਰ ਖੱਜਲ ਹੁੰਦੇ ਰਹਿੰਦੇ ਨੇ, ਕਿਤੇ ਸੁੱਖ ਹਾਸਲ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਸਿਮਰੋ ਰਾਮ ਨਾਮ ਅਤ ਨਿਰਮਲ। ਵਾਹਿਗੁਰੂ ਦਾ ਨਾਮ ਸਿਮਰੋ ਜਿਹੜਾ ਬਹੁਤ ਨਿਰਮਲ ਹੈ, ਬੜਾ ਪਵਿੱਤਰ। ਪਰਮੇਸ਼ਰ ਦੇ ਨਾਮ ਵਰਗਾ ਪਵਿੱਤਰ ਹੋਰ ਕੁਝ ਹੈ ਹੀ ਨਹੀਂ। ਅਸਲ ਪਵਿੱਤਰਤਾ ਉਹਦੇ ਵਿੱਚ ਹੀ ਹੈ। ਬਾਕੀ ਸਭ ਪਵਿੱਤਰਤਾ ਦਿਖਾਵੇ ਦੀਆਂ ਨੇ, ਪਰ ਅਸਲ ਪਵਿੱਤਰਤਾ ਉਹਦੇ ਨਾਮ ਦੀ ਹੈ। ਸਤਿਗੁਰੂ ਕਹਿੰਦੇ ਉਸ ਨੂੰ ਸਿਮਰੋ। ਸਿਮਰੋ ਰਾਮ ਨਾਮ ਅਤ ਨਿਰਮਲ, ਅਵਰ ਤਿਆਗੋ ਹਉਮੈ ਕੋਰਾ। ਇਹ ਜਿਹੜੀ ਹਉਮੈ ਹੈ ਨਾ, ਇਸ ਦਾ ਤਿਆਗ ਕਰੋ। ਇਹ ਬੜੀ ਕੌੜੀ ਹੈ। ਹਉਮੈ ਵਰਗਾ ਕੌੜਾਪਨ ਹੋਰ ਕਿਸੇ ਵਿੱਚ ਵੀ ਨਹੀਂ। ਹੰਕਾਰੀ ਆਦਮੀ ਅਕਸਰ ਹੀ ਕੌੜਾ ਹੁੰਦਾ ਹੈ, ਹਉਮੈ ਵਿੱਚ ਭਰਿਆ ਹੋਇਆ, ਜਿਸ ਨੂੰ ਲੱਗਦਾ ਹੈ ਕਿ ਮੈਂ ਹੀ ਸਭ ਕੁਝ ਹਾਂ।
ਇਸ ਲਈ ਉਹਦੇ ਅੰਦਰ ਕੌੜਾਪਨ ਆਉਣਾ ਸੁਭਾਵਿਕ ਹੈ, ਹਉਮੈ ਦਾ ਕੌੜਾਪਨ। ਸਤਿਗੁਰੂ ਕਹਿੰਦੇ ਜਦੋਂ ਕੋਈ ਬੰਦਾ ਕੁਛ ਹਾਸਲ ਕਰਦਾ ਨਾ ਤਾਂ ਉਹ ਕੌੜਾ ਹੋ ਜਾਂਦਾ ਹੈ। ਜਬ ਕਛ ਪਾਵਤ ਤਬ ਗਰਵ ਕਰਤਾ ਹੈ। ਜਦੋਂ ਅਸੀਂ ਕੁਛ ਪ੍ਰਾਪਤ ਕਰ ਲੈਂਦੇ ਆ ਤਾਂ ਉਸ ਚੀਜ਼ ਦਾ, ਉਸ ਪ੍ਰਾਪਤੀ ਦਾ ਅਹੰਕਾਰ ਕਰਦੇ ਹਾਂ, ਉਹਦੀ ਹਉਮੈ ਕਰਦੇ ਹਾਂ। ਸਾਰੀ ਜ਼ਿੰਦਗੀ ਸਾਡੀ ਮੈਂ ਕਰਦਿਆਂ ਹੀ ਗੁਜ਼ਰ ਜਾਂਦੀ ਹੈ। ਮੈਂ ਇਹ ਕੀਤਾ, ਮੈਂ ਆਹ ਕਰਿਆ, ਮੈਂ ਉਹ ਕਰਿਆ। ਸਾਰੀ ਜ਼ਿੰਦਗੀ ਸਾਡੀ ਇਵੇਂ ਗੁਜ਼ਰ ਜਾਂਦੀ ਮੈਂ ਦੇ ਵਿੱਚ ਹੀ। ਪਰ ਅਸੀਂ ਕਦੇ ਸਮਝ ਹੀ ਨਹੀਂ ਪਾਉਂਦੇ ਕਿ ਇਸ ਮੈਂ ਤੋਂ ਬਿਨਾਂ ਵੀ ਕੁਛ ਹੈ। ਸਾਡੇ ਕੋਲ ਸਾਡੀ ਮੈਂ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਸਾਡੇ ਕੋਲ ਸਾਡੇ ਹੰਕਾਰ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਇਹੀ ਸਾਡੀ ਧਨ ਸੰਪਦਾ ਹੈ। ਅਸੀਂ ਆਪਣੇ ਜੀਵਨ ਵਿੱਚ ਸਾਨੂੰ ਲੱਗਦਾ ਹੈ ਕਿ 4 ਚੀਜ਼ਾਂ ਜੋੜ ਲਈਆਂ, ਘਰ-ਬਾਰ ਬਣਾ ਲਿਆ, ਪਰ ਇਹ ਘਰ-ਬਾਰ, ਇਹ ਪ੍ਰੋਪਰਟੀ, ਇਹ ਚੀਜ਼ਾਂ, ਇਹ ਪੈਸਾ, ਇਹ ਦੌਲਤ, ਸ਼ੌਹਰਤ, ਸਭ ਇਹ ਸਾਡੀ ਸੰਪਦਾ ਨਹੀਂ ਹੈ। ਸਾਡੀ ਸੰਪਦਾ ਜੋ ਅਸੀਂ ਹੰਕਾਰ ਕਰ ਕਮਾ ਲਿਆ। ਇਹਨਾਂ ਚੀਜ਼ਾਂ ਰਾਹੀਂ ਹਾਸਲ ਕੀ ਹੋਇਆ? ਅਹੰਕਾਰ, ਹਉਮੈ, ਵਾਸਨਾਵਾਂ। ਮੇਰਾ ਘਰ, ਮੇਰੀਆਂ ਚੀਜ਼ਾਂ, ਮੇਰਾ ਪਰਿਵਾਰ, ਮੇਰੀ ਬੁੱਧੀ, ਮੇਰੀ ਸਿਆਣਪ, ਮੇਰਾ ਸਭ ਕੁਝ। ਬਸ ਆ ਮੇਰਾ ਖੱਟਿਆ ਅਸੀਂ ਆਪਣੇ ਜੀਵਨ ਦੇ ਵਿੱਚ, ਇਹ ਕਮਾਈ ਕਰੀ ਹੈ। ਤੇ ਇਹ ਜਿਹੜੀ ਮੇਰੇ ਦੀ ਕਮਾਈ ਹੈ ਇਹ ਬਹੁਤੀ ਦੇਰ ਟਿਕਦੀ ਨਹੀਂ, ਹੰਕਾਰ ਦੀ ਕਮਾਈ। ਇਸ ਲਈ ਹੰਕਾਰ ਵਿੱਚ ਲੋਕ ਕੌੜੇ ਹੋ ਹੀ ਜਾਂਦੇ ਨੇ। ਤੁਸੀਂ ਕਿਸੇ ਬੰਦੇ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿਓ, ਫਿਰ ਦੇਖੋ ਕਿ ਉਹਦੇ ਅੰਦਰ ਦਾ ਕੌੜਾਪਨ ਕਿਵੇਂ ਪ੍ਰਗਟ ਹੁੰਦਾ ਹੈ। ਤੁਸੀਂ ਹਰ ਬੰਦੇ ਦੀ ਗੱਲ ਮੰਨੀ ਜਾਓ, ਚਾਹੇ ਉਹ ਗਲਤ ਹੋਵੇ ਸਹੀ ਹੋਵੇ। ਜਦੋਂ ਤੁਸੀਂ ਹਰ ਗੱਲ ਨੂੰ ਬਿਨਾਂ ਕਿਸੇ ਸਵਾਲ ਜਵਾਬ ਤੋਂ ਐਕਸੈਪਟ ਕਰ ਲੈਂਦੇ ਹੋ, ਮੰਨੀ ਜਾਂਦੇ ਹੋ, ਪ੍ਰਵਾਨ ਕਰੀ ਜਾਂਦੇ ਹੋ, ਤਾਂ ਤੁਹਾਨੂੰ ਦੁਨੀਆ ਕਹਿੰਦੀ ਤੁਸੀਂ ਬਹੁਤ ਭਲੇ ਆਦਮੀ ਹੋ। ਪਰ ਜਿਸ ਦਿਨ ਤੁਸੀਂ ਇਨਕਾਰ ਕੀਤਾ, ਉਸੇ ਦਿਨ ਤੁਸੀਂ ਦੂਸਰਿਆਂ ਦੀ ਨਿਗਾਹ ਵਿੱਚ ਮਾੜੇ ਬਣ ਜਾਓਗੇ। ਉਸੇ ਦਿਨ ਇਨਕਾਰ ਕਰਕੇ ਵੇਖੋ, ਕਿਉਂਕਿ ਸਾਹਮਣੇ ਵਾਲੇ ਦਾ ਹੰਕਾਰ ਉਹ ਤੁਹਾਡੇ ਕੋਲੋਂ ਇਨਕਾਰ ਨਹੀਂ ਸੁਣਨਾ ਚਾਹੁੰਦਾ। ਉਹ ਇਨਕਾਰ ਨਹੀਂ ਸੁਣਨਾ ਚਾਹੁੰਦਾ। ਇਸ ਲਈ ਹੰਕਾਰੀ ਆਦਮੀ ਉਹ ਇਸੇ ਤਰ੍ਹਾਂ ਭਰਿਆ ਹੋਇਆ, ਉਹ ਚਾਹੁੰਦਾ ਕਿ ਮੈਂ ਕਹਿ ਦਿੱਤਾ ਤੇ ਹੋਣਾ ਚਾਹੀਦਾ, ਮੇਰੀ ਗੱਲ ਮੰਨੀ ਜਾਣੀ ਚਾਹੀਦੀ ਹੈ। ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਉਹ ਸਹੀ ਹੈ ਜਾਂ ਗਲਤ ਹੈ। ਇਸ ਲਈ ਸਤਿਗੁਰੂ ਕਹਿੰਦੇ ਇਹ ਜਿਹੜਾ ਹਉਮੈ ਦਾ ਕੌੜਾਪਨ ਹੈ ਨਾ, ਇਹ ਬੰਦੇ ਨੂੰ ਬਹੁਤ ਦੁਖੀ ਕਰਦਾ ਹੈ। ਬੰਦਾ ਦੁੱਖ ਭੋਗਦਾ ਇਸ ਹਉਮੈ ਦੇ ਕਰਕੇ। ਇਸ ਲਈ ਇਸ ਕੌੜਤਨ ਨੂੰ, ਇਸ ਕੜੱਤਣ ਨੂੰ ਆਪਣੇ ਅੰਦਰੋਂ ਮਿਟਾਉਣਾ, ਹਉਮੈ ਦੇ ਇਸ ਕੌੜੇਪਨ ਨੂੰ ਆਪਣੇ ਅੰਦਰੋਂ ਖਤਮ ਕਰਨਾ। ਇਹ ਕੌੜਾਪਨ ਮਿਟੇ ਤਾਂ ਹੀ ਉਹਦੇ ਦਰ ਤੇ ਪ੍ਰਵਾਨ ਹੁੰਦੇ ਆ। ਇਹ ਮਿਟਦਾ ਕਿਵੇਂ ਹੈ? ਸਤਿਗੁਰੂ ਕਹਿੰਦੇ ਗੁਰੂ ਦੇ ਸ਼ਬਦ ਨਾਲ। ਇਹ ਕੌੜਾਪਨ ਕਿਵੇਂ ਖਤਮ ਹੁੰਦਾ ਹੈ? ਵਾਹਿਗੁਰੂ ਦੇ ਪਵਿੱਤਰ ਨਾਮ ਨਾਲ, ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਨਾਲ, ਤਾਂ ਇਹ ਕੜੱਤਣ ਖਤਮ ਹੁੰਦੀ। ਸਤਿਗੁਰੂ ਆਖਦੇ ਮਨ ਮੈਗਲ ਸਾਕਤ ਦੇ ਵਰਨਾ। ਮਨ ਹੈ ਨਾ ਮੈਗਲ, ਮੈਗਲ ਮਤਲਬ ਹਾਥੀ। ਜਿਵੇਂ ਕੋਈ ਮਸਤਿਆ ਹੋਇਆ ਹਾਥੀ, ਮਨ ਮਸਤੇ ਹੋਏ ਹਾਥੀ ਵਰਗਾ ਹੈ, ਜਿਹੜਾ ਇੱਧਰ ਉੱਧਰ ਉਜਾੜ ਪਾਉਂਦਾ ਫਿਰਦਾ। ਜਦੋਂ ਕੋਈ ਹਾਥੀ ਮਸਤ ਹੋ ਜਾਂਦਾ ਤਾਂ ਉਹ ਇੱਧਰ ਉੱਧਰ ਚੀਜ਼ਾਂ ਤੋੜ ਭੰਨਣ ਲੱਗ ਜਾਂਦਾ। ਉਹ ਕਦੇ ਕੁਛ ਕਰਦਾ, ਕਦੇ ਕੁਛ ਕਰਦਾ, ਆਪਣੇ ਹੀ ਸਾਥੀਆਂ ਨੂੰ ਮਾਰਨ ਲੱਗ ਜਾਂਦਾ। ਜਦੋਂ ਸਾਡਾ ਮਨ ਹੰਕਾਰੀ ਹੁੰਦਾ ਨਾ ਤਾਂ ਇਹ ਐਸਾ ਹੀ ਕਰਦਾ ਹੈ। ਇਹ ਆਪਣਿਆਂ ਨੂੰ ਹੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਹੈ। ਆਪਣਿਆਂ ਨੂੰ ਹੀ, ਜਿਨ੍ਹਾਂ ਦੇ ਵਿੱਚ ਰਹਿੰਦਾ ਉਹਨਾਂ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਵੱਡਾ ਤੇ ਉਹਨਾਂ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਸਤਿਗੁਰੂ ਕਹਿੰਦੇ ਮਨ ਮੈਗਲ ਸਾਕਤ ਦੇਵਾਨਾ। ਇਹ ਸਾਕਤ
रब दे नाम तो खुंझिया होया, परमात्मा तो खुंझिया होया साकत दीवाना, माया दे विच दीवाना होया, मस्त होया, पैसे विच, चीज़ां विच, रूप रंग विच मस्त होया। जदों माया विच असीं दीवाने हो जाते हैं, पागल हो जाते हैं, उदों ऐसियां हरकतां करते हैं। मायाधारी पागल वर्गा ही हुंदा, वो परवाह नहीं करता किसी गल की, वो सिर्फ पैसे की परवाह करता है, वो सिर्फ अहुदे की परवाह करता है, रुतबे की। जिमें कोई राजनीतिक आदमी, वो अपनी कुर्सी की परवाह करता है, वो अपने परिवार, अपने रिश्तेदार, किसी बंदे की उन्होंने कोई परवाह नहीं, उन्होंने लोगों की कोई परवाह नहीं होंदी। पॉलिटिशियंस नूं आम जनता की कोई परवाह नहीं होंदी, उन्होंने सिर्फ अपनी कुर्सी की परवाह होंदी है, अपने रुतबे की। जिन्हां बंदियां ने उन्होंने वो रुतबा दिवाउण वास्ते उहदी मदद कीती हुंदी, फंड दिते हुंदे ने, उन्हां दी उन्होंने परवाह होंदी है, उन्होंने आम लोगों की परवाह नहीं होंदी। इसलिए आम लोगों को मिलने वाली सहूलतां उन्होंने लगदियां कि मुफ्त दियां ने, ये तो मुफ्त विच रिओड़ियां वंडियां जा रही, ये उन्होंने इंज लगता है। अपने बंदियां दा जिन्हां ने उन्होंने फंड दिते हुंदे ने, उन्हां दा लखां करोड़ां दा टैक्स माफ़ कर दिता जाता है, जां लोन माफ़ कर दिता जाता है। ऐसा ही है, वो अपनी कुर्सी बचाने लिए कुछ भी कर सकता है, पर उन्होंने किसी नाल कोई मतलब नहीं होंदा। दूसरे मरन चाहे जो मर्जी होवे, कोई मतलब नहीं। पागल होया अपने अहुदे दे नशे विच, अपने रुतबे दे नशे विच, अपनी पोजीशन, अपने पैसे दे नशे विच बंदा दीवाना होया, पागल होया। इसलिए सतगुरु कहते मन मैगल साकत दीवाना। ये मन मैगल मसते हुए हाथी वर्गा, साकत रब दे नाम तो टुटिया होया। बनखंड माया मोह हैराना। सतगुरु कहते फिर इधर उधर खज्जल हुंदा, जिमें वो बन दे विच, जंगल विच वो हाथी इधर उधर दरख्तां विच वजदा फिरदा, इधर उधर डिगदा ढैंदा फिरदा, बिल्कुल ऐसा ही ये मन भी फिर इधर उधर टक्करां मारदा फिरदा, इधर उधर उलझदा फिरदा। बनखंड माया मोह हैराना। माया दे मोह विच, माया दे मोह विच हैरान हुंदा ते खज्जल हुंदा। इत उत जा है काल के चापे। सतगुरु कहंदे काल दे वस पिया, काल दे दाबे विच आया। चापे मतलब उहदे दबाअ हेठ। असीं सब काल दे दबाअ हेठ हाँ। कहण नूं तां जिन्ना मर्जी कही जाओ कि कोई जिन्ना मर्जी मैनूं दबाउण दी कोशिश करे, मैं नहीं दबदा। बड़े लोग इहो ਜਿਹੇ गाने चला चला के अपनी हौमे का प्रगटावा करते हैं कि मैनू कोई कित्थों दब सकता है, मैनू कोई कौन दबा सकता है, कि दुनिया मैनू दबण नूं फिरदी है, मैनू कोई नहीं दबा सकता। पर ख्याल रखना, काल ने, मौत ने सब नूं दबिया होया। उहदे चापे विच, उहदे दबाव विच हर कोई है, उहदे दबाव विच हर कोई। उहदे दबाव तो कोई नहीं बच सकिया, ना कोई बच सकेगा। मौत तो भी कला कोई बच सकिया? कोई ऐसा आदमी तुहानूं दिसदा जिहड़ा मौत तो बच गया होवे? हाँ, ये हो सकता है कि कोई बंदा बहुत खतरनाक बीमारी विचों बच गया होवे, कोई एक्सीडेंट होया, बंदा उस एक्सीडेंट तो बच गया होवे, कोई किसी तरह की घटना वापरी, उस घटना विच बच गया होवे। पर इसका मतलब ये नहीं है कि वह मौत तो बच गया। मौत तो फिर भी आ ही जाएगी, मौत तो फिर भी दबा ही लेगी। अज नहीं तो कल नूं सही, कल नहीं तो होर 2-4 साल तक सही आ ही जाएगी। इस करके सतगुरु समझाउंदे इत उत जा है, इधर उधर भटकिया फिरदा, खज्जल हुंदा फिरदा, काल के चापे, काल दे दबाव विच, मौत दे दबाव विच। गुरमुख खोज लहै घर आपे। जिहड़ा गुरु दे सन्मुख हुंदा
ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਸਤਿਗੁਰੂ ਕਹਿੰਦੇ ਉਹ ਆਪਣਾ ਘਰ ਲੱਭ ਲੈਂਦਾ ਹੈ, ਉਹ ਆਪਣੇ ਘਰ ਨੂੰ ਖੋਜ ਲੈਂਦਾ ਹੈ। ਨਿੱਜ ਘਰ, ਜਿਸ ਘਰ ਵਿੱਚ ਅਸੀਂ ਵਸਣਾ ਹੈ, ਉਹ ਉਸ ਘਰ ਨੂੰ ਲੱਭ ਲੈਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਬਿਨ ਗੁਰ ਸ਼ਬਦ ਹੈ ਮਨ ਨਹੀਂ ਠੌਰਾ। ਗੁਰੂ ਦੇ ਸ਼ਬਦ ਤੋਂ ਬਿਨਾ ਮਨ ਨੂੰ ਠੌਰ ਨਹੀਂ ਮਿਲਦੀ। ਗੁਰੂ ਦੇ ਸ਼ਬਦ ਬਿਨਾ ਮਨ ਟਿਕਦਾ ਨਹੀਂ ਹੈ। ਮਨ ਗੁਰੂ ਦੇ ਸ਼ਬਦ ਨਾਲ ਟਿਕਾ ਵਿੱਚ ਆਉਂਦਾ ਹੈ, ਗੁਰੂ ਦੇ ਸ਼ਬਦ ਨਾਲ ਹੀ ਜੁੜਦਾ ਹੈ। ਸਿਮਰੋ ਰਾਮ ਨਾਮ ਅਤ ਨਿਰਮਲ, ਅਵਰ ਤਿਆਗੋ ਹਉਮੈ ਕੋਰਾ। ਵਾਹਿਗੁਰੂ ਦੇ ਨਾਮ ਨੂੰ ਸਿਮਰੋ ਜਿਹੜਾ ਬੜਾ ਨਿਰਮਲ, ਬੜਾ ਪਵਿੱਤਰ ਹੈ। ਉਹਦੇ ਵਰਗਾ ਪਵਿੱਤਰ ਹੋਰ ਕੁਝ ਨਹੀਂ। ਉਹ ਸਭ ਤੋਂ ਪਵਿੱਤਰ, ਸਭ ਤੋਂ ਚੰਗਾ। ਅਵਰ ਤਿਆਗੋ ਹਉਮੈ ਕੋਰਾ, ਹਉਮੈ ਦਾ ਤਿਆਗ ਕਰ ਦੇਵੋ, ਜਿਹੜੀ ਬੜੀ ਕੌੜੀ ਹੈ। ਹਉਮੈ ਦੇ ਕੌੜੇ ਰਸ ਛੱਡ ਦਿਓ ਉਹਨੂੰ, ਰਹਾਓ। ਇਹ ਮਨ ਮੁਗਧ ਕਹੋ ਕਿਉਂ ਰਹਿਸੀ। ਸਤਿਗੁਰੂ ਕਹਿੰਦੇ ਮੂਰਖ ਮਨ ਦੱਸੋ ਭਾਈ ਕਿਵੇਂ ਟਿਕੇ, ਕਿਵੇਂ ਰਵੇ। ਇਹ ਮਨ ਰਹਿੰਦਾ ਹੀ ਨਹੀਂ। ਤੁਸੀਂ ਜਿੰਨਾ ਇਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ, ਟਿਕਾਉਣ ਦੀ, ਓਨਾ ਹੀ ਇਹ ਹੋਰ ਦੌੜਦਾ। ਇਹ ਮਨ ਕਹੋ, ਇਹ ਮਨ ਮੁਗਧ ਕਹੋ ਕਿਉਂ ਰਹਿਸੀ, ਬਿਨ ਸਮਝੇ ਜਮ ਕਾ ਦੁਖ ਸਹਿਸੀ। ਸਤਿਗੁਰੂ ਕਹਿੰਦੇ ਬਿਨਾਂ ਸਮਝਿਆ, ਬਿਨਾਂ ਗੱਲ ਨੂੰ ਜਾਣਿਆ, ਇਹ ਮਨ ਜਮ ਦੀ ਮਾਰ ਸਹਿੰਦਾ ਰਹਿੰਦਾ, ਜਮ ਦਾ ਦੁੱਖ ਸਹਿੰਦਾ ਰਹਿੰਦਾ। ਜਮ ਦੀ ਮਾਰ ਇਹਨੂੰ ਸਹਿਣੀ ਪੈਂਦੀ। ਬਿਨ ਸਮਝੇ ਜਮ ਕਾ ਦੁਖ ਸਹਿਸੀ, ਆਪੇ ਬਖਸ਼ੇ ਸਤਿਗੁਰ ਮੇਲੈ। ਸਤਿਗੁਰੂ ਆਪ ਕਿਰਪਾ ਕਰਕੇ ਬਖਸ਼ਦਾ ਹੈ। ਜਦੋਂ ਉਹ ਕਿਰਪਾ ਕਰਕੇ ਬਖਸ਼ ਲੈਂਦਾ ਤਾਂ ਆਪ ਉਸ ਵਾਹਿਗੁਰੂ ਦੇ ਨਾਲ ਆਪਣੇ ਚਰਨਾਂ ਨਾਲ ਮੇਲ ਲੈਂਦਾ ਹੈ। ਇਹ ਮੈਂ ਆਪੇ ਬਖਸ਼ੇ ਸਤਿਗੁਰ ਮੇਲੈ। ਗੁਰੂ ਬਖਸ਼ ਕੇ, ਸਾਡੇ ਔਗਣਾਂ ਨੂੰ ਬਖਸ਼ ਕੇ, ਸਾਡੀਆਂ ਗਲਤੀਆਂ ਨੂੰ ਬਖਸ਼ ਕੇ ਉਹ ਸਾਨੂੰ ਆਪਣੇ ਚਰਨਾਂ ਨਾਲ ਮੇਲ ਲੈਂਦਾ ਹੈ, ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਕਾਲ ਕੰਟਕ ਮਾਰੇ ਸੱਚ ਪੇਲੈ। ਸਤਿਗੁਰੂ ਕਹਿੰਦੇ ਕਾਲ ਕੰਟਕ ਨੂੰ ਮਾਰ ਕੇ, ਮੌਤ ਦੇ ਡਰ ਨੂੰ ਆਪਣੇ ਅੰਦਰੋਂ ਖਤਮ ਕਰਕੇ ਸੱਚ ਪੇਲੈ, ਸੱਚ ਵੱਲ ਨੂੰ ਪ੍ਰੇਰਿਆ ਜਾਂਦਾ ਹੈ, ਸੱਚ ਵੱਲ ਲੱਗ ਜਾਂਦਾ ਹੈ, ਸੱਚ ਵੱਲ ਲੱਗ ਜਾਂਦਾ ਹੈ। ਜਦੋਂ ਤੁਸੀਂ ਮੌਤ ਦਾ ਡਰ ਆਪਣੇ ਅੰਦਰੋਂ ਖਤਮ ਕਰ ਲਓਗੇ ਤਾਂ ਸੱਚ ਤੁਹਾਨੂੰ ਆਪਣੇ ਵੱਲ ਨੂੰ ਲੈ ਜਾਵੇਗਾ ਖਿੱਚ ਕੇ। ਜਦੋਂ ਝੂਠ ਦਾ, ਮਾਇਆ ਦਾ ਡਰ ਮਨ ਵਿੱਚੋਂ ਨਿਕਲ ਜਾਂਦਾ ਤਾਂ ਉਸ ਵਾਹਿਗੁਰੂ ਵੱਲ ਨੂੰ ਅਸੀਂ ਜੁੜਦੇ ਹਾਂ। ਸਤਿਗੁਰੂ ਕਹਿੰਦੇ ਕਾਲ ਕੰਟਕ ਮਾਰੇ ਸੱਚ ਪੇਲੈ। ਇਹ ਮਨ ਕਰਮਾ, ਇਹ ਮਨ ਧਰਮਾ। ਇਹ ਮਨ ਜਿਹੜਾ ਨਾ ਸਾਡਾ, ਇਹ ਬੜੇ ਕਰਮਾਂ ਵਿੱਚ ਲੱਗਾ ਰਹਿੰਦਾ। ਇਹ ਮਨ ਕਰਮਾ, ਇਹ ਮਨ ਧਰਮਾ। ਇਹ ਮਨ ਧਾਰਮਿਕ ਕਰਮ ਕਰਦਾ ਹੈ, ਦੁਨਿਆਵੀ ਕੰਮ ਕਰਦਾ ਹੈ, ਚੰਗੇ ਵੀ ਕਰਦਾ ਹੈ, ਮੰਦੇ ਵੀ ਕਰਦਾ ਹੈ। ਹੁਣ ਮਨ ਨੇ ਫੈਸਲਾ ਕਰ ਲਿਆ ਕਿ ਅੱਜ ਤੋਂ ਚੰਗਾ ਕੰਮ ਹੀ ਕਰਨਾ ਹੈ। ਥੋੜੀ ਦੇਰ ਬਾਅਦ ਮਨ ਫਿਰ ਫੈਸਲਾ ਕਰ ਲੈਂਦਾ ਕਿ ਨਹੀਂ, ਕੱਲ ਤੋਂ ਕਰਾਂਗੇ। ਸਤਿਗੁਰੂ ਕਹਿੰਦੇ ਮਨ ਇਸ ਤਰ੍ਹਾਂ, ਚੰਗਾ ਫੈਸਲਾ ਲੈਣ ਵਾਲਾ ਵੀ ਮਨ ਹੀ ਹੈ ਤੇ ਮੰਦਾ ਫੈਸਲਾ ਲੈਣ ਵਾਲਾ ਵੀ ਮਨ ਹੀ ਹੈ। ਮਾਇਆ ਦੇ ਕੰਮ ਕਰਨ ਵਾਲਾ ਵੀ ਮਨ ਹੀ ਹੈ ਤੇ ਧਰਮ ਦੇ ਕੰਮ ਕਰਨ ਵਾਲਾ ਵੀ ਮਨ ਹੀ ਹੈ। ਐਸਾ ਤੇ ਹੈ ਨਹੀਂ ਕਿ ਉਹ ਕੋਈ ਹੋਰ ਹੈ ਤੇ ਚੰਗੇ ਕੰਮ ਕਰਨ ਲਈ ਕੋਈ ਹੋਰ, ਮੰਦੇ ਕਰਨ ਲਈ ਕੋਈ ਹੋਰ ਹੈ। ਮਨ ਹੀ, ਮਨ ਹੀ ਸਾਡੇ ਮਨ ਅੰਦਰ ਚੰਗਾ ਖਿਆਲ ਪੈਦਾ ਕਰਦਾ ਹੈ। ਮਨ ਹੀ ਸਾਡੇ ਮਨ ਅੰਦਰ ਬੁਰਾ ਖਿਆਲ ਪੈਦਾ ਕਰਦਾ ਹੈ। ਸਤਿਗੁਰੂ ਕਹਿੰਦੇ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮਾ। ਇਹ ਮਨ ਪੰਜਾਂ ਤੱਤਾਂ ਤੋਂ ਜਨਮਿਆ। ਜਦੋਂ ਇਹ ਸਰੀਰ ਹੋਂਦ ਵਿੱਚ ਆਇਆ, ਪੰਜਾਂ ਤੱਤਾਂ ਦਾ ਇਹ ਸਰੀਰ ਬਣਿਆ। ਸਰੀਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਮਨ ਜਨਮਿਆ। ਇਸ ਮਨ ਦਾ ਜਨਮ ਸਰੀਰ ਦੀ ਹੋਂਦ ਤੋਂ ਬਾਅਦ ਹੋਇਆ। ਇਹ ਮਨ ਪੰਜ ਤੱਤ ਤੇ ਜਨਮਾ, ਸਾਕਤ ਲੋਭੀ ਇਹ ਮਨ ਮੂੜਾ। ਸਤਿਗੁਰੂ ਕਹਿੰਦੇ ਇਹ ਮਨ ਬਹੁਤ ਸਾਕਤ, ਰੱਬ ਦੇ ਨਾਮ ਤੋਂ ਮੁਨਕਰ ਹੋਇਆ, ਰੱਬ ਦੇ ਨਾਮ ਤੋਂ ਖੁੰਝਿਆ ਹੋਇਆ। ਇਹ ਮਨ ਸਾਕਤ, ਇਹ ਮਨ ਮੂੜਾ। ਇਹ ਮਨ ਬੜਾ ਮੂੜ ਹੈ, ਬੜਾ ਮੂਰਖ, ਮੂੜ, ਮੰਨਦਾ ਹੀ ਨਹੀਂ।
जिन्ना समझाਉਂਦੇ ਆ ਉਹਨਾਂ फिर दूसरे पासे हो जाता है। जिन्ना इनू गुरु नाल जोड़न की कोशिश करते हैं उन्ना ही टुट टुट के जाता, पर इनू मूड समझण के बावजूद भी समझदा नहीं, देखण के बावजूद भी दिखाई नहीं दिंदा इनू। इसलिए सतगुरु कहते मूड है। काल कंटक साकत लोभी ये मन मूड़ा, गुरमुख नाम जपै मन रूड़ा। जेड़ा बंदा जेड़ा मन गुरु के चरनां नाल जुड़ गया, जेड़ा गुरमुख हो गया, सतगुरु कहते वो मन रूड़ा सुंदर हो गया, वो मन प्यारा हो गया, जेड़ा वाहिगुरू के नाम नूं जपण लग पिया। गुरमुख मन अस्थाने सोई। गुरमुख दा गुरु के चरनां नाल जुड़न वाले दा मन सही स्थान ते आ गया, सही थां। जदों असीं माया नाल जुड़दे हां तां साडा मन इधर उधर गलत मलत थावां ते भटकदा रहिंदा है। पर जदों असीं गुरु नाल जुड़ गए तां मन टिकाणे ते आ गया। गुरमुख मन अस्थाने, अस्थान गुरु दा स्थान, गुरु दे चरण। गुरमुख हो के गुरु चरनां नाल जुड़ के ये मन सही थां ते आउंदा है। जद तक गुरु चरनां नाल नहीं ना जुड़ोगे उदों तक ये मन सही थां ते आवेगा ही नहीं, उदों तक ये मन टिकाणे ते आवेगा ही नहीं जदों तक गुरु नाल तुसीं जुड़ते नहीं। इस करके सतगुरु कहते ये मन गुरमुख मन अस्थाने सोई, गुरमुख त्रिभवन सोझी होई। गुरु चरनां नाल जुड़न नाल तिन्नां भवनां दी सोझी हो गई कि वो वाहिगुरू सब थाई वसदा है। इस गल दी सोझी हो गई गुरु नाल जुड़न नाल। ये मन जोगी भोगी तप तप है। सतगुरु कहते ये मन कदे जोगी बन जाता है, कदे भोगी, कदे तप तापण लग जाता है। साडे मन विच दी ये मन दी अवस्था है। मन मन कदे कहता है कि छड्डो सब कुछ, कुछ नहीं है संसार विच पिया, सब माया है, सब झूठ है, सब पखंड है, कुछ नहीं इत्थे कोई रिश्ते नाते साख संबंधी कुछ नहीं। मन कदे कदे ऐसियां जोगियां वालियां गल्लां करन लग जाता है कि संसार तां नरक दा द्वार है, स्त्री बच्चे पति पत्नी कुछ भी नहीं, सब झूठ। सतगुरु कहते मन जोगी बन गया। भोगी कदे इन्ना कुछ भोगी हो जाता है कि इनू पदार्थां तो इलावा होर कुछ सुझदा ही नहीं। ये कहंदे जी माया ही सब है, परिवार ही सब है, की करिए जी परिवार तो बिना गुजारा नहीं, बच्चे ही ने सब, यही जिंदगी है, यही संसार है, देखना ही पैंदा सारा कुछ। सतगुरु कहते पदार्थां दे भोग विच लग जाता है फिर कि माया तो बिना सरदा नहीं, की करिए। कदे कहंदा कि माया झूठ है, कदे कहंदा जी माया तो बिना गुजारा नहीं है। कदे भोगी भोगण वाला माया नूं भोगण वाला बन गया। तप तप है, कदे तप तापण लग जाता है कि भाई सिमरन करिए, बंदगी करिए, तपस्या करिए। मन इस तरह बदलता रहिंदा पैर पैर उत्ते। ये मन जोगी भोगी तप तप है, गुरमुख चिन्ह हर प्रभाप है। जदों बंदा गुरु चरनां नाल जुड़दा है तदों ये मन अपने आप नूं चिन्हदा है, अपने आप नूं पछाणदा है। ये जानदा है कि मन तू जोत स्वरूप है। ये मन अपने आप नूं पछाणदा है। कदों पछाणदा है? जदों गुरु चरनां नाल जुड़दा है। गुरु नाल जुड़ के उस आपे नूं परमात्मा नूं पछाणदा है। मन बैरागी हौमै त्यागी। जदों मन बैरागी हो जाता है तदों हौमै त्यागी जाती है। मन ने बैराग, राग हुंदा है, राग माया दा मोह, संसार दा मोह। बैराग के माया दे मोह तो, संसार दे मोह तो बेराग कि हुण संसार नाल कोई मोह ही नहीं, वस्तुआं नाल कोई मोह ही नहीं है। सतगुरु कहंदे जदों सब कासे दा मोह मिट गया तदों हौमै त्यागी गई। हुण राग द्वैश नहीं मन विच कोई रह गई। कोई राग नहीं किसी चीज़ का, किसी चीज़ का कोई प्रेम नहीं, किसी का कोई मोह नहीं।
कोई लोभ नहीं, कोई लालच नहीं, कोई काम जां क्रोध नहीं अंदर मन विच। सतगुरु कहंदे तदों हौमै गई, तदों हौमै मिटी। हौमै त्यागी, मन बैरागी, हौमै त्यागी, घट घट मनसा दुबदा लागी। सतगुरु कहंदे जिहड़ी मनसा सी ना, मनशा, मन दी मनशा, ये माया दी सी। दुबदा विच मन पिया होया सी, खज्जल हुंदा सी, कदे किसी चीज़ वाल नूं दौड़दा सी, कदे किसी चीज़ वाल। पर हुण जदों गुरु चरनां नाल जुड़िया, जदों गुरु नाल सांझ पई, तां मनशा उस वाहिगुरू दी हो गई, मनशा उस परमेश्वर दी, ते अंदरली दुबदा गई, मिट गई। राम रसायण गुरमुख चाखै, गुरु दे सन्मुख होण वाला बंदा वो परमात्मा दे नाम रस नूं चखदा है। रसायण, रसां दा घर, परमात्मा सब तो वड्डा रस है। ਉਹਦੇ जैसा रस, ਉਹਦੇ जैसा आनंद होर किते भी नहीं। राम रसायण गुरमुख चाखै, दर घर मैली हर पत रखै। जदों असीं ਉਹਦੇ दर ते आ डिगदे हां, तदों ਉਹ साडी पत रखदा है। जदों ਉਹਦੇ ਤੋਂ बिना कोई होर आसरा है ही नहीं, सब आसरे छड्ड के दुनिया दे असीं ਉਹਦੇ चरनां नूं पकड़ लैंदे हां, तदों ਉਹ साडी पत रखदा है। सतगुरु कहंदे हर घर महली, जदों ਉਹਦੇ हर घर, ਉਹਦੇ घर, ਉਹਦੇ महली आ गए, हर पत रखे, उन्हें पत रखी। ये मन राजा सूर संग्राम। सतगुरु कहंदे मन राजा बन के बैठा होया अपने आप विच। ये मन राजा सूर संग्राम, बड़ा वड्डा सूरमा। ये मन सूरमा बनिया, बड़ा संग्राम मचाउंदा फिरदा। ऐसा ही है ना, मन ने बड़ा संग्राम, बड़ा युद्ध मचाया होया साडे अंदर। असीं सुते होइए, जागदे होइए, मन विषयां वासनावां विच, विकारां विच उलझिया रहिंदा। ये जद्दोजहद करदा ही रहिंदा, ये सानू गलत पासे प्रेरदा रहिंदा, लाउंदा रहिंदा। सतगुरु कहंदे इहने युद्ध मचाया होया इस मन ने। ये मन राजा सूर संग्राम, ये मन राजा बनिया। ये मन निरभव गुरमुख नाम। जदों असीं गुरु दे चरनां नाल जुड़दे हां तां ये मन निरभव हो जाता है। ये मन निरभव हो गया गुरु नाल जुड़ के। गुरु नाल जुड़े बिना साडे अंदर निरभैता आउंदी नहीं। गुरु नाल जुड़े बिना असीं डर रहत नहीं हुंदे। गुरु सानू डर रहत करदा है, गुरु सानू भै रहत करदा है, डर मुक्त करदा है। ये मन निरभव गुरमुख नाम, मारे पंच अपने बस किए। गुरमुख ने पंजां विकारां नूं मार लिया, इन्हां नूं मार के अपने वस कर लिया, अपने वस। गुरमुख सतगुरु कहंदे उन्हां नूं मार के अपने वस कर लैंदा। मारे पंच अपने वस किए। साडा मन पंजां विकारां दे वस होया पिया, पर गुरमुख ने इन्हां पंजां नूं अपने वस कर लिया। उन्हें काम क्रोध नूं अपनी मर्जी मुताबिक तोड़ लिया। मारे पंच अपने वस किए, हौमै ग्रास एक तथाएं किए। हौमै दे विच ग्रसिया होया सी ये मन। सतगुरु कहंदे इन्हां पंजां नूं मार के, हौमै नूं मिटा के एक थां कर दिता। उन्हें सब नूं एक थां जोड़ दिता, भाव पंजां विकारां नूं खत्म करके एक थां कर दिता। क्योंकि हौमै किस पासे नूं खिंचदी, काम किस पासे नूं खिंचदा, क्रोध दूसरे पासे नूं खिंचदा, लोभ होर पासे नूं। उन्हें सारियां नूं एक थां इकट्ठे करके उन्हां नूं मार छड्डिया, अपने काबू विच कर लिया। हुण इन्हां विकारां दे अधीन नहीं हुंदा ये मन, इन्हां वासनावां विच नहीं। गुरमुख राग स्वाद अन्न त्यागे। गुरमुख ने माया दे स्वाद, माया दे रस, सतगुरु कहंदे सब त्याग दिते। गुरमुख राग, राग मतलब माया दा मोह, माया दा प्यार, वो सब कुछ त्याग दिता।
ਗੁਰਮੁਖ ਰਾਗ ਸਵਾਦ, ਜਿੰਨੇ ਮਾਇਆ ਦੇ ਰਸ ਨੇ, ਮਾਇਆ ਦੇ ਸਵਾਦ ਨੇ, ਸਭ ਤਿਆਗੇ। ਉਹਨੂੰ ਹੁਣ ਮਾਇਆ ਦੇ ਵਿੱਚ ਕੋਈ ਰਸ ਨਹੀਂ, ਉਹਨੇ ਤਿਆਗ ਦਿੱਤਾ। ਗੁਰਮੁਖ ਇਹ ਮਨ ਭਗਤੀ ਜਾਗੇ, ਗੁਰਮੁਖ ਦਾ ਮਨ ਭਗਤੀ ਵਿੱਚ ਜਾਗ ਪਿਆ। ਜਦੋਂ ਜਿਵੇਂ ਜਿਵੇਂ ਤੁਸੀਂ ਭਗਤੀ ਵਿੱਚ ਲੱਗੋਗੇ, ਇਹ ਮਨ ਜਾਗੇਗਾ, ਇਹ ਮਨ ਜਾਗੇਗਾ। ਸਤਿਗੁਰੂ ਨੇ ਬਾਣੀ ਅੰਦਰ ਜ਼ਿਕਰ ਕੀਤਾ ਕਿ ਜਾਗੇ ਮਨ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਤੁਹਾਨੂੰ ਗੁਰੂ ਦੀ ਬਾਣੀ ਵਿੱਚੋਂ ਰਸ ਆਉਣ ਲੱਗ ਜਾਏ, ਜਦੋਂ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਸਵਾਦ ਦੇਣ ਲੱਗ ਜਾਵੇ। ਸਤਿਗੁਰੂ ਕਹਿੰਦੇ ਇਹ ਜਾਗਣ ਦੀ ਨਿਸ਼ਾਨੀ ਹੈ। ਤੁਸੀਂ ਬੈਠੇ ਹੋ, ਗੁਰੂ ਦੇ ਦਰ ਬਹਿੰਦਿਆਂ ਹੀ ਰਸ ਆਉਣ ਲੱਗ ਪਿਆ, ਤੁਹਾਨੂੰ ਆਨੰਦ ਆਉਣ ਲੱਗ ਪਿਆ। ਚਾਹੇ ਕੀਰਤਨ ਹੋ ਰਿਹਾ ਸੀ, ਚਾਹੇ ਕਥਾ ਹੋ ਰਹੀ ਸੀ, ਪਾਠ ਹੋ ਰਿਹਾ ਸੀ, ਚਾਹੇ ਗੁਰੂ ਦੇ ਦਰ ਆ ਕੇ ਵੈਸੇ ਹੀ ਬੈਠ ਗਏ, ਦਰਬਾਰ ਵੀ ਨਹੀਂ ਲੱਗਿਆ ਹੋਇਆ, ਬਸ ਗੁਰੂ ਕੋਲ ਆ ਕੇ ਬਹਿ ਗਏ, ਰਸ ਨਾਲ ਭਰ ਗਏ, ਆਨੰਦ ਨਾਲ। ਸਤਿਗੁਰੂ ਕਹਿੰਦੇ ਜਾਗਣ ਦੀ ਨਿਸ਼ਾਨੀ। ਜਿਨ੍ਹਾਂ ਦੇ ਆਪਣੇ ਅੰਦਰੋਂ ਰਾਗ ਦਵੈਸ਼ ਤਿਆਗ ਦਿੱਤਾ, ਸਤਿਗੁਰੂ ਕਹਿੰਦੇ ਉਹ ਜਾਗ ਪਏ, ਜਿਹੜੇ ਭਗਤੀ ਵਿੱਚ ਲੱਗ ਗਏ। ਗੁਰਮੁਖ ਇਹ ਮਨ ਭਗਤੀ ਜਾਗੇ, ਅਨਹਦ ਸੁਣ ਮਾਨਿਆ ਵਿਚਾਰੀ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਅਨਹਦ ਨੂੰ ਸੁਣ ਲਿਆ, ਅਨਹਦ ਕਿ ਜਿਹੜਾ ਆਪਣੇ ਆਪ ਵੱਜਦਾ ਸਾਜ਼ ਹੈ, ਜਿਹਨੇ ਉਸ ਨੂੰ ਸੁਣ ਲਿਆ ਜਿਹੜਾ ਬਿਨਾਂ ਵਜਾਇਆ ਵੱਜਦਾ ਹੈ, ਜਿਹਨੂੰ ਸਤਿਗੁਰੂ ਕਹਿੰਦੇ ਕਿ ਉਹ ਸਾਜ਼ ਕਿ ਜਿਹੜਾ ਸਰੰਗੀ ਦੀ ਤਾਰ ਟੁੱਟ ਜਾਣ ਦੇ ਬਾਵਜੂਦ ਵੀ ਵੱਜੀ ਜਾਂਦਾ ਹੈ ਆਪਣੇ ਆਪ ਲਗਾਤਾਰ, ਉਹ ਸਾਜ਼। ਜਦੋਂ ਉਹਨੂੰ ਸੁਣ ਲਿਆ, ਉਦੋਂ ਅਨਹਦ ਸੁਣਿਆ, ਮਨ ਸ਼ਬਦ ਵਿਚਾਰੀ, ਮਨ ਵਿੱਚ ਸ਼ਬਦ ਨੂੰ ਵਿਚਾਰ ਲਿਆ। ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ, ਮੰਨ ਗਿਆ ਉਹਨੂੰ ਸੁਣ ਕੇ, ਉਹਨੂੰ ਸੁਣ ਕੇ ਜਾਣ ਗਿਆ, ਉਹਨੂੰ ਸੁਣ ਕੇ ਸਮਝ ਗਿਆ। ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ, ਆਤਮ ਚੀਨ ਭੈ ਨਿਰੰਕਾਰੀ। ਆਪਣੇ ਆਪ ਨੂੰ ਚੀਨ ਕੇ, ਆਪਣੇ ਆਪ ਨੂੰ ਪਛਾਣ ਕੇ, ਸਤਿਗੁਰੂ ਕਹਿੰਦੇ ਵਿਚਾਰੀ, ਬੰਦਾ ਨਿਰੰਕਾਰੀ ਹੋ ਗਿਆ। ਜਦੋਂ ਤੱਕ ਅਸੀਂ ਖੁਦ ਨੂੰ ਨਹੀਂ ਨਾ ਪਛਾਣਦੇ, ਉਦੋਂ ਤੱਕ ਉਸ ਵਾਹਿਗੁਰੂ ਨਾਲ ਨਹੀਂ ਜੁੜਦੇ। ਅਸੀਂ ਉਦੋਂ ਹੀ ਨਿਰੰਕਾਰੀ ਬਣਦੇ ਹਾਂ ਜਦੋਂ ਅਸੀਂ ਆਪਣੇ ਆਪ ਨੂੰ ਜਾਣ ਲੈਂਦੇ ਹਾਂ ਤੇ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਾਂ। ਤਦੋਂ ਆਪਣੇ ਆਪ ਨੂੰ ਜਾਣਨਾ, ਉਸ ਵਾਹਿਗੁਰੂ ਵਿੱਚ ਲੀਨ ਹੋਣਾ, ਫਿਰ ਜਾਣ ਸਕੋਗੇ ਉਸ ਵਾਹਿਗੁਰੂ ਨੂੰ। ਇਹ ਮਨ ਨਿਰਮਲ ਦਰ ਘਰ ਸੋਈ। ਸਤਿਗੁਰੂ ਕਹਿੰਦੇ ਮਨ ਨਿਰਮਲ ਹੋ ਗਿਆ ਕਦੋਂ? ਜਦੋਂ ਉਸ ਵਾਹਿਗੁਰੂ ਦੇ ਦਰ ਆ ਗਿਆ, ਜਦੋਂ ਉਸ ਪਰਮੇਸ਼ਰ ਦੇ ਦਰ ਆ ਗਿਆ, ਤਦੋਂ ਇਹ ਮਨ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ। ਗੁਰਮੁਖ ਭਗਤ ਭਾਉ ਧੁਨ ਹੋਈ। ਗੁਰੂ ਦੇ ਚਰਨਾਂ ਨਾਲ ਜੁੜਨ ਸਦਕਾ ਸਤਿਗੁਰੂ ਕਹਿੰਦੇ ਪ੍ਰੇਮਾ ਭਗਤੀ, ਵਾਹਿਗੁਰੂ ਦੀ ਪ੍ਰੇਮਾ ਭਗਤੀ ਦੀ ਧੁਨ ਇਸ ਮਨ ਵਿੱਚ ਪੈਦਾ ਹੋ ਗਈ। ਉਹਦੇ ਪ੍ਰੇਮ ਦੀ ਧੁਨ ਵਿੱਚ, ਉਹਦੇ ਨਾਮ ਦੀ, ਉਹਦੀ ਭਗਤੀ ਦੀ ਧੁਨ ਵਿੱਚ ਐਸਾ ਇਹ ਮਨ ਮਗਨ ਹੋਇਆ ਕਿ ਹੁਣ ਉਹਦੇ ਵਿੱਚੋਂ ਹੀ ਆਨੰਦ, ਉਹਦੇ ਵਿੱਚੋਂ ਹੀ ਰਸ ਦੇਖਦਾ ਹੈ। ਹੁਣ ਮਾਇਆ ਵੱਲ ਨੂੰ ਮਨ ਦੀ ਦੌੜ ਮਿਟ ਗਈ। ਗੁਰਮੁਖ ਭਗਤ ਭਾਉ ਧੁਨ ਹੋਈ, ਅਹਨਿਸ ਹਰ ਜਸ ਗੁਰ ਪ੍ਰਸਾਦ। ਦਿਨ ਰਾਤ ਵਾਹਿਗੁਰੂ ਦਾ ਜਸ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹੁਣ ਸਿਰਫ ਤੇ ਸਿਰਫ ਉਹਦਾ ਹੀ ਸਿਮਰਨ ਹਰ ਵੇਲੇ ਚੱਲਦਾ ਰਹਿੰਦਾ ਹੈ। ਇਹ ਕਿਵੇਂ ਹੋਇਆ? ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਰਹਿਮਤ ਨਾਲ। ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਨਾਲ ਹੀ ਉਹ ਵਾਹਿਗੁਰੂ ਸਾਡੇ ਮਨ ਵਿੱਚ ਵਸਦਾ ਹੈ। ਗੁਰੂ ਦੀ ਕਿਰਪਾ ਨਾਲ ਦਿਨ ਰਾਤ ਅਸੀਂ ਉਸ ਵਾਹਿਗੁਰੂ ਦੇ ਨਾਮ ਵਿੱਚ ਜੁੜਦੇ ਹਾਂ, ਉਹਦੇ ਸਿਮਰਨ ਵਿੱਚ ਲੱਗਦੇ ਹਾਂ। ਅਹਨਿਸ ਹਰ ਜਸ ਗੁਰ ਪ੍ਰਸਾਦ, ਘਟ ਘਟ ਸੋ ਪ੍ਰਭ ਆਦ ਜੁਗਾਦ। ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਘਟ ਘਟ ਵਿੱਚ ਵਸਿਆ ਹੋਇਆ, ਆਦ ਤੋਂ, ਯੁੱਗਾਂ ਦੀ ਸ਼ੁਰੂਆਤ ਤੋਂ ਉਹ ਪਰਮੇਸ਼ਰ ਘਟ ਘਟ ਵਿੱਚ ਸਮਾਇਆ ਹੋਇਆ। ਆਦ ਜੁਗਾਦ, ਘਟ ਘਟ, ਸਦੀਆਂ ਤੋਂ ਉਹਦਾ ਵਾਸਾ ਸਭ ਥਾਈਂ ਹੈ, ਉਹਦਾ ਵਾਸਾ ਕਣ ਕਣ ਵਿੱਚ ਹੈ। ਘਟ ਘਟ ਸੋ ਪ੍ਰਭ ਆਦ ਜੁਗਾਦ, ਰਾਮ ਰਸਾਇਣ ਇਹ ਮਨ ਰਾਤਾ। ਸਤਿਗੁਰੂ ਕਹਿੰਦੇ ਜਦੋਂ ਇਹ ਮਨ
परमात्मा दे नाम रस विच रंगिया गया, उहदे नाम रस विच रत्ता रच गया, उहदे नाम विच। राम रसायन ए मन राता, सर्व रसायन गुरमुख जाता। गुरमुख ने परमात्मा दे नाम नूं जान लिया कि यही रसां दा घर है। परमेश्वर दा नाम ही सब रसां तो श्रेष्ठ रस है। उहदे वर्गा रस कोई होर नहीं, उहदे वर्गा आनंद किते होर नहीं। जो आनंद परमात्मा दे नाम विच है वो किते होर नहीं। सतगुरु ने बाणी अंदर कहा कि हर बिन कछू ना लग गई भगतन को मीठा, कि परमात्मा दे नाम तो बिना भगतां नूं होर कुछ मिठा लगदा ही नहीं। इसलिए जिन्हां ने वाहिगुरू दे नाम दा रस चख लिया, सतगुरु कहंदे वो बंदे किसे होर पासे नहीं जांदे, वो किसे होर पासे भटकदे नहीं। राम रसायन ए मन राता, सर्व रसायन गुरमुख जाता, भगत हेत गुर चरण निवासा। जे भगती दा हेत है साडे मन अंदर, असीं चाहुंदे आ कि सानू भगती मिल जाए, असीं उहदी बंदगी करन लग जाइए, उहदा सिमरन करन लग जाइए, तां सतगुरु कहंदे भगती दे हेत, भगती दी खातर, उसनूं प्राप्त करन दी खातर गुरु दे चरनां नाल जुड़ना पैंदा है। गुरु दी शरण बिना वो भगती मिलती नहीं, गुरु दी शरण विच आके ही मिलती है। इसलिए तो सतगुरु ने कहा कि फिरत फिरत प्रभ आया, परया तो शरण आए, नानक की प्रभ बेनती अपनी भगती लाए, कि कृपा करो अपनी भगती विच ला लवो। सतगुरु कहते गुरु दे चरनां नाल जुड़, जे तेनू भगती दा लगा है, जे तेनू भगती दी लगन है, तू चाहना है कि तेनू लगन लग जाए, तू चाहना है कि उहदे नाल सांझ पै जाए, तो फिर गुरु दे चरनां नाल जुड़ ते उहदे कोलों भगती मंग। भगत हेत गुर चरण निवासा, नानक हर जन के दासन दासा। सतगुरु कहंदे कि असीं परमात्मा दे दासां दे दास, हर जन के, जिहड़े परमात्मा दे जन, जिहड़े परमेश्वर दे भगत, असीं उन्हां दे दास। मैं वाहिगुरू दे दासां दा भी दास बनने लई तैयार हाँ। ख्याल रखना कि दास बनने विच सुख है, इसलिए हमेशा ही अपने आप नूं सेवक, अपने आप नूं दास ही जानना। गुरमुख दा, भगत दा ये लक्षण। हुण गुरु नानक साहब अपने आप नूं दास ही कहंदे ने हमेशा, कुकर, नीच, निमाणा, गरीब, दास, निमाणा। वो एडी उच्ची शख्सियत हो के भी अपने आप को नीवा जानते हैं, क्योंकि उन्होंने जानिया कि नीवे हो के ही सुख हासिल होंदा है, नीवे हो के ही उच्चे नाल सांझ पैंदी है। असीं उच्चे हो के सांझ पाउण की कोशिश करते हैं, इस करके साडी उहदे नाल कदे नहीं सांझ पैंदी, साडा उहदे नाल कदे नहीं संबंध जुड़ पाउंदा। सानू कोई माड़ा मोटा अहुदा रुतबा मिल जाता है, साडी आकड़ नहीं पाई जाती है। इसलिए ये आकड़ा, ये हंकार, ये सब बेकार है, इन्हां विच कुछ नहीं पिया। गुरु नानक साहब तो असी सिख लीए कि एडे वड्डी शख्सियत होने के बावजूद भी वो अपने आप को नीवा, निमाणा, दास इस तरह ही जानते हैं। ऐसा असी जान सकीए, असी अपने आप को गुरसिखां दे, रब दे प्यारियां दे, भगतां दे, गुरमुखां दे चरनां दी धूड़ जान लीए, उन्हां दे दासां दे दास खुद नूं जान लीए, तां उहदी भगती हासिल होंदी है, तां उहदे चरनां दे विच निवास हासिल हुंदा है। होईयां भुल्लां लई खिमा। सतगुरु जी अते आप सरबत संगत बख्शण जो भुल्लां ना चितारदे होए आखो जी वाहिगुरू जी का खालसा वाहिगुरू जी की फतेह।